कहाँ बोध प्रभ तुच्छ हमारी, बार न सकै महिमा जितिहारी। हम न सकत कर सिफत तुम्हारी, आप ले हो तुम कथा सुधारी। वाहिगुरु साहिब जी। गौड़ी महला नावा, साधो राम शरण बिसरामा। वेद पुराण पढ़े को एह गुण, सिमरो हर को नामा रहाओ। लोभ मोह माया ममता फुन, आओ बिखे अन्न की सेवा। हरख सोग परसै जेह नाहन, सो मूरत है देवा। सुरग नरक अमृत बिख ए सब, त्यों कंचन अर पैसा। उस्तत निंदा ए सम जाकै, लोभ मोह फुन तैसा। दुख सुख ए बांधे जेह नाहन, तेह तुम जानो ज्ञानी। नानक मुकत ताहे तुम मानो, एह बिद को जो प्राणी। नानक मुकत ताहे तुम मानो, एह बिद को जो प्राणी। वाहिगुरु जी का खालसा, वाहिगुरु जी की फतेह। अज दा ये पावन शब्द गौड़ी राग दे अंदर नौवें सतगुरु गुरु तेग बहादुर साहब जी की मुबारक रचना तो उचारण किया होया। साहिब सतगुरां दे मुबारक अंग 220 के उपर दर्ज है। इस गौड़ी राग दे अंदर वाहिगुरु गुरु तेग बहादुर साहब सतगुरां दा ये 7वां शब्द है। गौड़ी राग विच कुल 9 शब्द हैं। अज का ये 7वां शब्द है कि रहमतां मेरे पातशाह जी ने बख्शियां, की सानू उपदेश बख्शिया है। ये अज आपां विचारण का यतन करांगे। सतगुरु रहमत करन। विचारां की आरंभता तो पहला अपनियां मनोवृत्तियां नू करो एकागर, रसना नू करो पवित्र, करो गुरफतेह दी सांझ। वाहिगुरु जी का खालसा, वाहिगुरु जी की फतेह। अज दा ये पावन शब्द, अज दे इस शब्द के अंदर भी गुरु तेग बहादुर साहब सतगुरां ने साधो शब्द कह के संबोधन किया है। साधो साधो वो इंसान जिहड़े साधना कर रहे हैं, वो इंसान जिहड़े परमात्मा की भगती कर रहे हैं, जिहड़े परमात्मा के रस्ते के उपर चलण का यतन कर रहे हैं। मेरे साहिब सतगुरां ने आख्या, कहंदे साधो इस एक गल नूं समझ लो कि राम शरण बिसरामा। विश्राम का भाव है टिकाओ। विश्राम का भाव है एक टिकाना।
ਤੇ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ ਫਿਰ ਇਹ ਜਾਣ ਲਓ ਕਿ ਅਸਲ ਵਿਸ਼ਰਾਮ ਜਿਹੜਾ ਅਸਲ ਟਿਕਾਣਾ ਹੈ ਨਾ ਉਹ ਰਾਮ ਸ਼ਰਨ ਦੇ ਵਿੱਚ ਹੈ, ਰਾਮ ਸ਼ਰਨ ਤੋਂ ਬਿਨਾਂ ਨਹੀਂ ਹੈ। ਸਾਧੋ ਰਾਮ ਸ਼ਰਨ ਵਿਸ਼ਰਾਮਾ। ਨਾਲ ਹੀ ਮੇਰੇ ਪਾਤਸ਼ਾਹ ਜੀ ਨੇ ਇਹ ਕਿਉਂਕਿ ਰਹਾਓ ਦਾ ਬੰਦ ਹੈ, ਇਸ ਬੰਦ ਦੇ ਅੰਦਰ ਆਖਿਆ, ਕਹਿੰਦੇ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ। ਵੇਦ ਪੁਰਾਣ ਧਰਮ ਦੇ ਗ੍ਰੰਥ, ਧਰਮ ਦੇ ਗ੍ਰੰਥਾਂ ਨੂੰ ਪੜ੍ਹਨ ਦਾ ਲਾਭ ਤਾਂ ਹੈ, ਕਹਿੰਦੇ ਧਰਮ ਦੇ ਗ੍ਰੰਥ ਜਿਹੜੇ ਨੇ ਉਹਨਾਂ ਗ੍ਰੰਥਾਂ ਨੂੰ ਪੜ੍ਹਨ ਦਾ ਫਾਇਦਾ ਤਾਂ ਹੈ ਜੇ ਆਪਣੇ ਜੀਵਨ ਦੇ ਅੰਦਰ ਤੂੰ ਰਾਮ ਦੇ ਨਾਮ ਨੂੰ ਸਿਮਰੇਂਗਾ ਤਾਂ। ਫਿਰ ਸਮਝਿਓ ਪਾਤਸ਼ਾਹ ਜੀ ਨੇ ਆਖਿਆ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ। ਜੇ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਸਿਮਰੇਂਗਾ, ਪਰਮਾਤਮਾ ਦੇ ਨਾਮ ਵੱਲ ਜੁੜੇਂਗਾ, ਪਰਮਾਤਮਾ ਦੀ ਬੰਦਗੀ ਕਰੇਂਗਾ ਤੇ ਫਿਰ ਵਿਸ਼ਰਾਮ ਜੀਵਨ ਦੇ ਅੰਦਰ ਆ ਜਾਏਗਾ, ਟਿਕਾਓ ਜੀਵਨ ਦੇ ਅੰਦਰ, ਜੀਵਨ ਸਥਿਰ ਹੋ ਜਾਏਗਾ। ਇਹ ਅੱਜ ਦਾ ਰਹਾਓ ਦਾ ਬੰਦ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਬੰਦ ਦੇ ਅੰਦਰ ਆਖਿਆ ਭਲਿਆ, ਕਿਉਂਕਿ ਜ਼ੋਰ ਜਿਹੜਾ ਦਿੱਤਾ ਹੈ ਨਾ ਉਹ ਦਿੱਤਾ ਹੈ ਪਰਮਾਤਮਾ ਦੇ ਨਾਮ ਨੂੰ ਜਪਣ 'ਤੇ, ਪਰਮਾਤਮਾ ਦੀ ਬੰਦਗੀ ਕਰਨ 'ਤੇ। ਵਿਸ਼ਰਾਮ ਤਾਂ ਮਿਲੇਗਾ, ਟਿਕਾਓ ਟਿਕਾਣਾ ਤਾਂ ਮਿਲੇਗਾ, ਇਹ ਮਨ ਟਿਕੇਗਾ ਤਾਂ, ਕਿਉਂਕਿ ਮਨ ਦੌੜਦਾ ਹੈ, ਭੱਜਦਾ ਹੈ। ਇਹਨੂੰ ਟਿਕਣ ਦੇ ਵਾਸਤੇ ਜੇ ਤੇ ਸਰੀਰ ਨੂੰ ਟਿਕਾਉਣਾ ਹੈ, ਤਨ ਨੂੰ ਟਿਕਾਉਣਾ ਹੈ, ਇਸ ਤਨ ਨੂੰ ਸਰੀਰ ਨੂੰ ਟਿਕਾਉਣ ਦੇ ਵਾਸਤੇ ਡਾਕਟਰ ਡੋਜ਼ ਦਿੰਦੇ ਨੇ, ਇਹ ਟਿਕ ਜਾਂਦਾ ਹੈ, ਇੱਕ ਜਗ੍ਹਾ 'ਤੇ ਲੇਟ ਜਾਂਦਾ ਹੈ, ਹਿੱਲਣ ਜੋਗਾ ਨਹੀਂ ਰਹਿ ਜਾਂਦਾ। ਪਰ ਮਨ ਜਿਹੜਾ ਹੈ ਉਹ ਫਿਰ ਵੀ ਨਹੀਂ ਟਿਕਦਾ, ਉਹ ਵਿਸ਼ਰਾਮ ਦੇ ਅੰਦਰ। ਮੇਰੇ ਪਾਤਸ਼ਾਹ ਜੀ ਨੇ ਆਖਿਆ ਭਾਈ ਉਹ ਟਿਕਾਣੇ 'ਤੇ ਨਹੀਂ ਆਉਂਦਾ, ਰੁਕਦਾ ਨਹੀਂ ਹੈ, ਉਹਦੀ ਦੌੜ, ਉਹਦੀ ਜਿਹੜੀ ਭੱਜ ਹੈ ਉਹ ਖਤਮ ਨਹੀਂ ਹੁੰਦੀ, ਕਿਸੇ ਤਰ੍ਹਾਂ ਵੀ ਨਹੀਂ ਹੁੰਦੀ। ਸੱਚੇ ਪਾਤਸ਼ਾਹ ਜੀ ਨੇ ਅੱਜ ਆਖਿਆ ਸਾਧੋ ਰਾਮ ਸ਼ਰਨ, ਭਾਵ ਰਾਮ ਦੀ ਸ਼ਰਨ ਵਿੱਚ ਆ ਜਾ, ਪਰਮਾਤਮਾ ਦੀ ਸ਼ਰਨ ਵਿੱਚ ਆ ਜਾ ਜੇ ਵਿਸ਼ਰਾਮ ਚਾਹੁੰਦਾ ਹੈ, ਜੇ ਟਿਕਾਣਾ ਚਾਹੁੰਦਾ ਹੈ। ਹੁਣ ਜਿਸ ਵੇਲੇ ਬਾਣੀ ਦੇ ਅੰਦਰਲੇ ਬਚਨ ਪੜ੍ਹਦੇ ਆ ਨਾ ਤੇ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ ਕਿ ਸ਼ਰਨ ਪੈਣ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਏਗਾ, ਪਰਮਾਤਮਾ ਦੀ ਜਾਂ ਗੁਰੂ ਦੀ ਸ਼ਰਨ ਤੋਂ ਬਿਨਾਂ ਇਸ ਜੀਵਨ ਦਾ ਗੁਜ਼ਾਰਾ ਕਦੇ ਵੀ ਹੋਣਾ ਨਹੀਂ। ਕਿਉਂਕਿ ਜਦੋਂ ਐਗਜ਼ੈਂਪਲਸ ਗੁਰੂ ਸਾਹਿਬ ਨੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਇਸ ਬਾਣੀ ਵਿੱਚ ਦਿੱਤੀਆਂ ਹਨ, ਉਦੋਂ ਵਾਰ-ਵਾਰ ਸਾਨੂੰ ਇਹ ਸਮਝਾਇਆ ਹੈ ਕਿ ਸ਼ਰਨ ਰਾਮ ਦੀ, ਸ਼ਰਨ ਗੁਰੂ ਦੀ, ਸ਼ਰਨ ਪਰਮਾਤਮਾ ਦੀ ਬੰਦਗੀ ਦੀ, ਆਸਰਾ ਕਿਸੇ ਹੋਰ ਦਾ ਨਹੀਂ। ਜੀਅਰੇ ਓਲਾ ਨਾਮ ਕਾ, ਓਲਾ ਆਸਰਾ, ਜਿਹਨੂੰ ਸ਼ਰਨ ਕਹਿ ਦਿੱਤਾ। ਹੁਣ ਇਹ ਉਦਾਹਰਨ ਬੜੇ ਕਮਾਲ ਦੀ, ਨੂੰ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ। ਕਹਿੰਦੇ ਜੀਅਰੇ, ਐ ਮੇਰੀ ਇਹ ਜਿੰਦੇ, ਐ ਮੇਰੇ ਜੀਅਰੇ, ਜੇ ਤੈਨੂੰ ਓਲਾ ਹੈ ਤੇ ਸਿਰਫ ਪਰਮਾਤਮਾ ਦੇ ਨਾਮ ਦਾ ਹੈ, ਕਿਸੇ ਹੋਰ ਦਾ ਨਹੀਂ। ਕਿਉਂ? ਕਿਉਂਕਿ ਅਵਰ ਜੇ ਕਰਨ ਕਰਾਵਨੋ, ਉਸ ਤੋਂ ਬਿਨਾਂ ਹੋਰ ਜੋ ਵੀ ਕਰਦੇ ਹਾਂ ਜਾਂ ਕਰਾਉਂਦੇ ਹਾਂ, ਪਾਤਸ਼ਾਹ ਨੇ ਆਖਿਆ ਤਿੰਨ ਮੈਂ ਭਉ ਹੈ ਜਾਮ ਕਾ। ਅਸਲ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਵੀ ਕਰਦੇ ਹਾਂ ਉਹਦੇ ਅੰਦਰ ਜਮਾਂ ਦਾ ਭਉ ਰਹਿੰਦਾ ਹੈ, ਜਮਾਂ ਦਾ ਡਰ ਰਹਿੰਦਾ ਹੈ। ਜੀਅਰੇ ਓਲਾ ਨਾਮ ਕਾ, ਅਵਰ ਜੇ ਕਰਨ ਕਰਾਵਨੋ, ਤਿੰਨ ਮੈਂ ਭਉ ਹੈ ਜਾਮ ਕਾ। ਫਿਰ ਆਖਿਆ ਅਵਰ ਯਤਨ ਨਹੀਂ ਪਾਈ ਹੈ। ਜਿੰਨੇ ਮਰਜ਼ੀ ਯਤਨ ਕਰ ਲਓ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਹ ਜਿਹੜਾ ਓਲਾ ਹੈ ਨਾ, ਜਿਹੜਾ ਆਸਰਾ ਹੈ ਪਰਮਾਤਮਾ ਦਾ, ਇਹ ਮਿਲਦਾ ਨਹੀਂ ਹੈ। ਅਵਰ ਯਤਨ ਨਹੀਂ ਪਾਈ ਹੈ ਤੇ ਪਾਤਸ਼ਾਹ ਨੇ ਆਖਿਆ ਵੱਡਾ ਭਾਗ ਹਰ ਧਿਆਈ ਹੈ, ਵੱਡੇ ਭਾਗ। ਜੇ ਵੱਡੇ ਭਾਗ ਬਣਨਗੇ ਤੇ ਧਿਆਇਆ ਜਾਏਗਾ, ਉਸ ਪਰਮਾਤਮਾ ਨੂੰ ਜਪਿਆ ਜਾਏਗਾ। ਕਿਉਂਕਿ ਰਾਮ ਸ਼ਰਨ ਵਿਸ਼ਰਾਮਾ ਹੈ ਤੇ ਰਾਮ ਦੀ ਸ਼ਰਨ ਵੀ ਵੱਡੇ ਭਾਗਾਂ ਤੋਂ ਬਿਨਾਂ ਨਹੀਂ ਮਿਲ ਸਕਦੀ। ਇਨਸਾਨ ਬੜੇ ਯਤਨ ਕਰਦਾ ਹੈ, ਬੜਾ ਜ਼ੋਰ ਅਸੀਂ ਲਾਉਣੇ ਆ।
ਹੁਣ ਜੇ ਸ਼ਬਦ ਵਰਤਿਆ ਕਿ ਵੱਡਾ ਭਾਗ, ਹੁਣ ਵੱਡੇ ਭਾਗ ਬਣਨਗੇ ਕਿਵੇਂ? ਜੇ ਇੱਥੇ ਗੁਰੂ ਕੋਲ ਆ ਕੇ ਅਰਜ਼ੋਈਆਂ ਕਰਾਂਗੇ, ਜੇ ਇੱਥੇ ਗੁਰੂ ਕੋਲ ਆ ਕੇ ਬੇਨਤੀ ਕਰਾਂਗੇ, ਸੱਚੇ ਪਾਤਸ਼ਾਹ ਵੇਖੋ ਅਸੀਂ ਆ ਗਏ ਗੁਰੂ ਕੋਲ, ਮੰਗ ਕੀ ਹੈ ਸੰਸਾਰ, ਫਰਕ ਕੀ ਹੈ? ਵੱਡੇ ਭਾਗ ਬਣਦੇ ਕਿਉਂ ਨਹੀਂ? ਗੁਰੂ ਕੋਲ ਆ ਕੇ, ਨਿਰੰਕਾਰ ਦੇ ਕੋਲ ਆ ਕੇ ਤੇ ਸੰਸਾਰ ਨੂੰ ਮੰਗ ਲੈਂਦੇ ਆ, ਕਦੇ ਨਿਰੰਕਾਰ ਨੂੰ ਮੰਗਿਆ ਹੀ ਨਹੀਂ। ਜਿਸ ਦਿਨ ਨਿਰੰਕਾਰ ਦੇ ਕੋਲ ਆ ਕੇ ਨਿਰੰਕਾਰ ਨੂੰ ਹੀ ਮੰਗ ਲਿਆ, ਉਸ ਦਿਨ ਸੰਸਾਰ ਪਿੱਛੇ ਨਹੀਂ ਰਹਿ ਜਾਣਾ, ਉਸ ਦਿਨ ਕੋਈ ਫਰਕ ਨਹੀਂ ਰਹੇਗਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ, ਮੈਂ ਥੋੜ੍ਹਾ ਜਿਹਾ ਇਤਿਹਾਸ ਦਾ ਪ੍ਰਸੰਗ ਸਾਂਝਾ ਕਰਾਂ। ਮੰਗਣਾ ਕੀ ਹੈ? ਰਾਮ ਸ਼ਰਨ ਵਿਸ਼ਰਾਮਾ ਆਏਗਾ ਕਿਵੇਂ? ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਬਦ ਹੈ, ਪਰ ਮੈਂ ਜੀਵਨ ਸੁਣਾ ਰਿਹਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ। ਉਦੋਂ ਜਦੋਂ ਬਾਬਾ ਅਮਰਦਾਸ ਜੀ ਸਨ, ਗੰਗਾ ਵੱਲ ਜਾ ਰਹੇ ਨੇ, 1 ਵਾਰ 2 ਵਾਰ 3 ਵਾਰ 10 ਵਾਰ 20 ਵਾਰ ਪ੍ਰਣ ਕਰ ਲਿਆ ਕਿ ਮੈਂ ਹਰ 6 ਮਹੀਨੇ ਦੇ ਬਾਅਦ ਜਾਵਾਂਗਾ ਪੈਦਲ, ਉਹ ਵੀ ਪੈਦਲ ਜਾਣਾ, ਵੀ ਹਰ 6 ਮਹੀਨੇ ਦੇ ਬਾਅਦ ਜਾਣਾ ਵੀ ਪੈਦਲ। ਬਾਸਰ ਕੇ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨਾਲ ਇਹ ਪਿੰਡ ਹੈ, ਸ਼ਹਰਟੇ ਤੋਂ ਸੰਨ ਸਾਹਿਬ ਨੂੰ ਜਾਈਏ ਨਾ, ਉੱਥੇ ਇਹ ਪਿੰਡ ਹੈ ਬਾਸਰ ਕੇ, ਉੱਥੋਂ ਜਾਣਾ ਪੈਦਲ ਹਰਿਦੁਆਰ। ਪਰ ਮਨ ਦੀ ਭਟਕਣਾ ਖਤਮ ਨਹੀਂ ਹੋ ਰਹੀ, ਕਿਉਂਕਿ ਪਰਮਾਤਮਾ ਦੀ ਬੰਦਗੀ ਨਹੀਂ ਹੈ। ਰਸਤੇ ਵਿੱਚ ਇੱਕ ਪੰਡਤ ਕੋਲ ਰੁਕਦੇ ਸਨ, ਵਿਦਵਾਨ ਸੀ ਬੜਾ, ਉਹ ਵੇਦਾਂ ਦਾ ਗਿਆਤਾ ਸੀ, ਸ਼ਾਸਤਰਨ ਦੀ ਸਮਝ ਸੀ ਉਹਨੂੰ। ਬਾਬਾ ਅਮਰਦਾਸ ਜੀ ਇੱਕ ਵਾਰ ਗਏ, ਜਦੋਂ ਪਹੁੰਚੇ ਨੇ ਨਾ ਤੇ ਲੇਟ ਗਏ, ਥੱਕੇ ਹੋਏ ਸਨ, ਲੇਟ ਗਏ, ਲੇਟੇ। ਹੁਣ ਇਹ ਵਿਦਵਾਨ, ਇਹਨੇ ਗੁਰੂ ਸਾਹਿਬ ਦਾ ਚਰਨ ਵੇਖਿਆ, ਇਤਿਹਾਸ ਕਹਿੰਦਾ ਇਹ ਚਰਨ ਵੇਖਿਆ, ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਨੇ ਆਖਿਆ, ਬਾਰਿਜ ਕਰ ਦਾਹਿਨੈ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ। ਗੁਰੂ ਗ੍ਰੰਥ ਸਾਹਿਬ ਦੀ ਇਹ ਪੰਕਤੀ ਹੈ। ਇਤਿਹਾਸ ਨੇ ਆਖਿਆ ਪੈਰ ਵਿੱਚ ਪਦਮ ਵੇਖਿਆ, ਪਰ ਬਾਣੀ ਕਹਿ ਰਹੀ ਹੈ ਗੁਰੂ ਸਾਹਿਬ ਦੇ ਹੱਥ ਵਿੱਚ ਪਦਮ ਸੀ, ਹੱਥ ਵਿੱਚ। ਖੈਰ ਇਹਨੇ ਪਦਮ ਦਾ ਨਿਸ਼ਾਨ ਵੇਖਿਆ। ਜਦੋਂ ਬਾਬਾ ਅਮਰਦਾਸ ਉੱਠੇ ਨੇ ਆਖਿਆ ਤੁਹਾਡੇ ਤੇ ਪਦਮ ਹੈ, ਤੇ ਬਾਬਾ ਅਮਰਦਾਸ ਜੀ ਕਹਿੰਦੇ ਉਹ ਕੀ ਹੁੰਦਾ ਹੈ? ਕਹਿੰਦੇ ਜਾਂ ਤੁਸੀਂ ਚੱਕਰਵਰਤੀ ਰਾਜਾ ਬਣੋਗੇ ਤੇ ਜਾਂ ਰੱਬ ਦਾ ਰੂਪ ਬਣੋਗੇ। ਤੇ ਬਾਬਾ ਅਮਰਦਾਸ ਜੀ ਹੱਸ ਕੇ ਕਹਿੰਦੇ ਕਿ ਬੁੱਢਾ ਹੋ ਗਿਆ ਮੈਂ, ਹੁਣ ਬੁੱਢਾ ਹੋ ਗਿਆ ਮੈਂ, ਉਮਰ ਮੇਰੀ ਨਿਕਲ ਗਈ, ਖਤਮ ਹੈ, ਮੌਤ ਬਿਲਕੁਲ ਸਿਰ 'ਤੇ ਆ ਕੇ ਖੜੀ ਹੋ ਗਈ। ਅਜੇ ਤੱਕ ਮੈਂ ਭਟਕਦਾ ਪਿਆ, ਮੈਨੂੰ ਮਨ ਨੂੰ ਸ਼ਾਂਤੀ ਨਹੀਂ ਆ ਰਹੀ, ਮਨ ਵਿਸ਼ਰਾਮ ਵਿੱਚ ਨਹੀਂ, ਮਨ ਟਿਕਾਊ ਵਿੱਚ ਨਹੀਂ, ਤੇ ਤੂੰ ਮੈਨੂੰ ਕਹਿ ਰਿਹਾ ਰੱਬ ਦਾ ਰੂਪ ਬਣੇਗਾ। ਹੱਸ ਪਏ, ਗੱਲ ਮਜ਼ਾਕ ਵਿੱਚ ਨਿਕਲ ਗਈ। ਉਹ ਪੰਡਤ ਕਹਿੰਦਾ ਨਹੀਂ, ਇਸ ਤਰ੍ਹਾਂ ਕਹਿੰਦੇ ਗੱਲ ਨਹੀਂ ਬਣਦੀ, ਤੁਸੀਂ ਮੇਰੇ ਨਾਲ ਬਚਨ ਕਰੋ ਕਿ ਜਿਸ ਦਿਨ ਇਸ ਪਦਮ ਦਾ ਫਲ ਤੁਹਾਨੂੰ ਮਿਲੇਗਾ, ਮੈਂ ਕੁਝ ਮੰਗਾਂਗਾ ਤੇ ਤੁਸੀਂ ਮੈਨੂੰ ਦਿਓਗੇ। ਤੇ ਬਾਬਾ ਅਮਰਦਾਸ ਜੀ ਹੱਸ ਕੇ ਕਹਿੰਦੇ ਠੀਕ ਹੈ, ਮੰਗ ਲਈ, ਜੋ ਤੂੰ ਮੰਗੇਗਾ ਤੈਨੂੰ ਦੇਵਾਂਗੇ ਜ਼ਰੂਰ। ਹੋਇਆ ਕੀ, ਬਾਬਾ ਅਮਰਦਾਸ ਗੁਰੂ ਅਮਰਦਾਸ ਬਣੇ, ਤੇ ਗੁਰੂ ਅਮਰਦਾਸ ਬਣਨ ਤੋਂ ਬਾਅਦ ਇੱਕ ਵਾਰ ਫਿਰ ਗੰਗਾ 'ਤੇ ਗਏ ਸਨ। ਗੁਰੂ ਬਣਨ ਤੋਂ ਬਾਅਦ ਵੀ, ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ, ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਹੈ, ਆਖਿਆ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਾਹਰਨ ਅਰਥਾ। ਉਦੋਂ ਭਾਈ ਜੇਠਾ ਜੀ ਦੇ ਰੂਪ ਵਿੱਚ ਉਹ ਨਾਲ ਗਏ ਸਨ। ਪ੍ਰਥਮ ਆਏ ਕੁਲ ਖੇਤ, ਪਹਿਲਾ ਟਿਕਾਣਾ ਕੁਰੂਕਸ਼ੇਤਰ ਕੀਤਾ, ਦੁਤੀਏ ਜਮੁਨ ਗਏ, ਦੂਜਾ ਟਿਕਾਣਾ ਜਮੁਨਾ ਨਦੀ ਦੇ ਕੰਢੇ 'ਤੇ ਕੀਤਾ। ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਜਦੋਂ ਗੁਰੂ ਬਣਨ ਤੋਂ ਬਾਅਦ ਗਏ ਨੇ ਨਾ, ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਾਹਰਨ, ਹੁਣ ਲੋਕਾਂ ਨੂੰ ਦੱਸਣ ਦੇ ਵਾਸਤੇ ਕਿ ਇੱਥੋਂ ਰੱਬ ਨਹੀਂ ਜੇ ਮਿਲਦਾ, ਗੰਗਾ ਇਸ਼ਨਾਨ ਇੱਥੇ ਆ ਕੇ ਟੁੱਬੀਆਂ ਲਾਉਣ ਨਾਲ ਰੱਬ ਨਹੀਂ ਮਿਲਦਾ। ਹੁਣ ਮੇਰੇ ਪਾਤਸ਼ਾਹ ਨੇ ਟਿਕਾਣਾ ਕੀਤਾ, ਸੰਗਤ ਬੜੀ ਵੱਡੀ ਗਿਣਤੀ ਵਿੱਚ ਨਾਲ ਹੈ। ਇਸ ਪੰਡਤ ਨੂੰ ਵੀ ਪਤਾ ਲੱਗਿਆ, ਗਿਆ ਗੁਰੂ ਸਾਹਿਬ ਦੇ ਕੋਲ। ਵੱਡੇ ਭਾਗ ਬਣਦੇ ਕਿਵੇਂ ਨੇ ਤੇ ਕਿਵੇਂ ਬਣਾਏ ਜਾਂਦੇ ਹਨ, ਇਹ ਵੀ ਸਮਝਿਓ ਵੀ ਬਣਾਏ ਵੀ ਕਿਵੇਂ ਜਾਂਦੇ ਨੇ, ਕਿਉਂਕਿ ਅਸੀਂ ਨਿਰੰਕਾਰ ਕੋਲ ਆ ਕੇ ਸੰਸਾਰ ਨੂੰ ਮੰਗ ਲੈਂਦੇ ਹਾਂ, ਸਾਡੀ ਹਾਲਤ ਇਹ ਬਣ ਗਈ। ਇਹਨੇ ਜਦੋਂ ਵੇਖਿਆ ਨਾ ਕਿ ਇਹ ਤਾਂ ਉਹੋ ਹੀ ਹੈ, ਬਾਬਾ ਅਮਰਦਾਸ ਹੈ, ਇਹ ਚਲਾ ਗਿਆ ਸਤਿਗੁਰਾਂ ਦੇ ਕੋਲ ਜਾ ਕੇ ਕਹਿੰਦਾ ਹੱਥ ਜੋੜ ਕੇ ਕਿ ਸੱਚੇ ਪਾਤਸ਼ਾਹ ਮੈਨੂੰ ਪਛਾਣਿਆ ਜੇ? ਤੇ ਗੁਰੂ ਅਮਰਦਾਸ ਹੱਸ ਕੇ ਕਹਿੰਦੇ ਪਛਾਣ ਲਿਆ।
ਕਹਿੰਦੇ ਜੀ ਜੇ ਮੈਨੂੰ ਪਛਾਣ ਲਿਆ ਤੇ ਫਿਰ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਤੁਹਾਡਾ ਮੇਰੇ ਨਾਲ ਇੱਕ ਬਚਨ ਸੀ ਤੇ ਅੱਜ ਮੈਂ ਉਹ ਮੰਗ ਮੰਗਣੀ ਹੈ। ਗੁਰੂ ਅਮਰਦਾਸ ਕਹਿੰਦੇ ਮੰਗ, ਤੇਰੇ ਨਾਲ ਬਚਨ ਹੋਇਆ ਸੀ ਮੰਗ। ਤੇ ਪਤਾ ਕੀ ਕਿਹਾ ਗੁਰੂ ਅਮਰਦਾਸ ਪਾਤਸ਼ਾਹ ਨੇ? ਕਹਿੰਦੇ ਇੱਦਾਂ ਕਰ, ਮੰਗ ਲੈ, ਜਾਂ ਸੰਸਾਰ ਮੰਗ ਲੈ ਤੇ ਜਾਂ ਨਿਰੰਕਾਰ ਮੰਗ ਲੈ, ਜਾਂ ਲੋਕ ਮੰਗ ਲੈ ਜਾਂ ਪਰਲੋਕ ਮੰਗ ਲੈ, ਜਾਂ ਆ ਮੰਗ ਲੈ ਜਾਂ ਉਹ ਮੰਗ ਲੈ। ਕਹਿੰਦਾ ਪਾਤਸ਼ਾਹ ਇਹ ਗੱਲ ਤੇ ਨਹੀਂ ਹੋਈ ਸੀ। ਗੁਰੂ ਸਾਹਿਬ ਨੂੰ ਕਹਿੰਦਾ ਸੱਚੇ ਪਾਤਸ਼ਾਹ ਇਹ ਗੱਲ ਤੇ ਨਹੀਂ ਹੋਈ ਸੀ, ਮੇਰੀ ਗੱਲ ਸੀ ਕਿ ਮੈਂ ਮੰਗਾਂਗਾ ਤੇ ਤੁਹਾਡਾ ਬਚਨ ਸੀ ਤੁਸੀਂ ਦਿਓਗੇ। ਤੇ ਗੁਰੂ ਸਾਹਿਬ ਅੱਗੋਂ ਹੱਸ ਕੇ ਕਹਿੰਦੇ ਮਿਲੇਗਾ ਇੱਕ, ਜੋ ਮਰਜ਼ੀ ਮੰਗ ਲਾ ਦੋਵਾਂ ਵਿੱਚੋਂ। ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇੱਕ ਕਵਿੱਤ ਲਿਖਿਆ, ਫਿਰ ਕਵਿੱਤ, ਤੇ ਕਵਿੱਤ ਦੇ ਅੰਦਰ ਲਿਖਿਆ ਕੀ ਕਿ ਇਹ ਮੰਗ ਰਿਹਾ ਹੈ। ਉਹਨਾਂ ਪਹਿਲੋਂ ਆਖਿਆ, ਕਹਿੰਦਾ ਬਾਦਸ਼ਾਹ ਮੈਨੂੰ ਥੋੜ੍ਹਾ ਸਮਾਂ ਦਿਓ। ਫਿਰ ਉਹਨੇ ਫਿਰਕੇ ਬਣਾਏ, ਵਿਦਵਾਨ ਬੜਾ ਸਨ, ਫਿਕਰੇ ਬਣਾਏ, ਕੁਝ ਲਫ਼ਜ਼ ਉਹਨੇ ਜੋੜੇ ਤੇ ਜੋੜ ਕੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਚਲਾ ਗਿਆ। ਕਹਿੰਦਾ ਪਾਤਸ਼ਾਹ ਹੁਣ ਮੈਂ ਮੰਗਣ ਲੱਗਾ ਤੇ ਮੇਰੀ ਮੰਗ ਧਿਆਨ ਨਾਲ ਸੁਣਿਆ ਜੇ। ਕਹਿੰਦੇ ਮੰਗ ਆ। ਕਹਿੰਦਾ ਸੁਣੋ ਹੁਣ ਫਿਰ, ਜੇ ਤੁਸੀਂ ਮੈਨੂੰ ਨਾਮ ਦੇ ਦਿਓਗੇ, ਪਰਲੋਕ ਹੋ ਗਿਆ ਨਾ, ਨਾਮ ਦਾ ਭਾਵ ਹੈ ਰੱਬ ਪਰਲੋਕ। ਜੇ ਤੁਸੀਂ ਮੈਨੂੰ ਨਾਮ ਦੇ ਦਿਓਗੇ ਤੇ ਧਨ ਨਾ ਦਿਓਗੇ, ਧਨ ਸੰਸਾਰ ਆ ਲੋਕ, ਜੇ ਤੁਸੀਂ ਮੈਨੂੰ ਨਾਮ ਦੇ ਦਿਓਗੇ ਧਨ ਨਾ ਦਿਓਗੇ ਤੇ ਧਨ ਤੋਂ ਬਿਨਾਂ ਲੋਕਾਂ ਨੇ ਪਤਾ ਕੀ ਕਹਿਣਾ ਹੈ ਕਿ ਗੁਰੂ ਅਮਰਦਾਸ ਸਾਹਿਬ ਦਾ ਸਿੱਖ ਭੁੱਖਾ ਮਰਦਾ ਪਿਆ ਹੈ। ਤੁਹਾਡਾ ਸਿੱਖ, ਤੁਹਾਡਾ ਜਨ, ਤੁਹਾਡਾ ਦਾਸ ਧਨ ਤੋਂ ਬਿਨਾਂ ਸੰਸਾਰ ਵਿੱਚ ਭੁੱਖਾ ਮਰੇ ਤੇ ਲਾਜ ਫਿਰ ਤੁਹਾਡੇ ਨਾਮ ਨੂੰ ਆਉਣੀ ਹੈ। ਫਿਰ ਉਹਨੇ ਦੂਜੀ ਗੱਲ ਕਹੀ ਕਿ ਸੱਚੇ ਪਾਤਸ਼ਾਹ ਜੇ ਤੁਸੀਂ ਮੈਨੂੰ ਕੱਲਾ ਧਨ ਦੇ ਦਿਓਗੇ ਨਾ, ਦੌਲਤ ਦੇ ਦਿਓਗੇ, ਕੱਲੀ ਦੌਲਤ, ਤੇ ਮੈਨੂੰ ਨਾਮ ਨਾ ਦਿਓਗੇ, ਜੇ ਸੰਸਾਰ ਦੇ ਦਿਓਗੇ, ਨਿਰੰਕਾਰ ਨਾ ਦਿਓਗੇ, ਤੇ ਫਿਰ ਤੁਹਾਡਾ ਸਿੱਖ ਜੰਮ ਖਿੱਚ ਕੇ ਲੈ ਕੇ ਆਉਣਗੇ ਨਾ, ਤੇ ਫਿਰ ਤੁਹਾਡਾ ਹੀ ਲਾਜ ਉਹਨੂੰ ਲੱਗਣੀ ਹੈ। ਵੇਖੋ ਇੱਕ ਵਿਦਵਾਨ ਦੇ ਬੋਲ ਕਿੱਡੇ ਕਮਾਲ ਦੇ ਨੇ। ਕਹਿੰਦਾ ਜੇ ਨਾਮ ਦੇ ਦਿਓਗੇ, ਧਨ ਨਾ ਦਿਓਗੇ ਤੇ ਲਾਜ ਫਿਰ ਤੁਹਾਡੇ ਨਾਮ ਨੂੰ। ਜੇ ਧਨ ਦੇ ਦਿਓਗੇ, ਨਾਮ ਨਾ ਦੇ ਗਿਓ, ਮੈਨੂੰ ਜੰਮ ਖਿੱਚ ਕੇ ਲੈ ਜਾਣਗੇ, ਫਿਰ ਲੋਕਾਂ ਨੇ ਕਹਿਣਾ ਗੁਰੂ ਅਮਰਦਾਸ ਦਾ ਸਿੱਖ, ਉਹਨੂੰ ਜੰਮ ਲੈ ਗਏ। ਇਹਨੇ ਫਿਰਕਾ ਬੜੇ ਕਮਾਲ ਦਾ ਬਣਾਇਆ, ਸੁਣਿਓ ਧਿਆਨ ਨਾਲ। ਇੱਕ ਕਵਿੱਤ ਵਿੱਚ ਕਵੀ ਸੰਤੋਖ ਸਿੰਘ ਨੇ ਲਿਖਿਆ, ਇਹ ਕਹਿ ਰਿਹਾ ਹੈ ਨਾਮ ਦੇਹ ਧਨ ਦੇ ਨਾ ਜਨ ਕਉ, ਧਨ ਬਹੀਨ ਜਨ ਜਗ ਨਾ ਸੁਹਾਵੈ। ਧਨ ਤੋਂ ਬਿਨਾਂ ਤੇਰਾ ਜਨ ਜਿਹੜਾ ਜਗਤ ਵਿੱਚ ਸੁਹਾਏਗਾ ਨਹੀਂ। ਨਾਮ ਦੇ ਧਨ ਦੇ ਨਾ ਜਨ ਕਉ, ਧਨ ਬਹੀਨ ਜਨ ਜਗ ਨਾ ਸੁਹਾਵੈ। ਜੋ ਧਨ ਦੇ ਨਾਮ ਨਹੀਂ ਦੇਵੈ, ਜੇ ਧਨ ਦੇਗਾ ਨਾਮ ਨਹੀਂ ਦੇਗਾ। ਜੋ ਧਨ ਦੇ ਨਾਮ ਨਹੀਂ ਦੇਵੈ, ਨਾਮ ਬਿਨਾ ਜਨ ਜਮ ਪੁਰ ਜਾਵੈ। ਨਾਮ ਤੋਂ ਬਿਨਾ ਤੇਰਾ ਜਨ ਜਮਾਂ ਦੀ ਪੁਰੀ ਵੱਲ ਚਲਾ ਜਾਏਗਾ। ਪਤਾ ਕੀ ਆਖਿਆ? ਆਖਿਆ ਤੁਝ ਪਹਿ ਕਹੀ ਨਹੀਂ ਬਨ ਆਵੈ, ਕਿ ਸੱਚੇ ਪਾਤਸ਼ਾਹ ਮੈਂ ਕੌਣ ਆ ਤੈਨੂੰ ਕਹਿਣ ਵਾਲਾ? ਕਹਿ ਵੀ ਗਿਆ ਤੇ ਇਹ ਵੀ ਕਹਿ ਰਿਹਾ ਮੈਂ ਕੌਣ ਆ। ਤੁਝ ਪੈ ਕਹੀ ਨਹੀਂ ਬਨ ਆਵੈ, ਜਿਉ ਭਾਵੈ ਥੋਂ ਕਾਰ ਕਮਾਵੈ। ਕਹਿੰਦੇ ਗੁਰੂ ਅਮਰਦਾਸ ਤੇਜੋ ਕੇ ਨੰਦਨ, ਇਹ ਤੇਜ ਭਾਣ ਜੀ ਦੇ ਪੁੱਤਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਰਹਿਮਤ ਕਰ, ਦੋਨੋਂ ਨਿਰਮਲ ਪੰਥ ਚਲਾਏ ਤੇ ਮੈਨੂੰ ਦੋਨਾਂ ਦੀ ਦਾਤ ਬਖਸ਼ ਦੇ, ਸੰਸਾਰ ਵੀ ਤੇ ਨਿਰੰਕਾਰ ਵੀ। ਗੁਰੂ ਸਾਹਿਬ ਹੱਸ ਪਏ, ਤਖਤ ਤੋਂ ਉੱਠ ਕੇ ਇਹਨੂੰ ਗੱਲ ਨਾਲ ਲਾ ਲਿਆ ਸੀ। ਕਈ ਆਖਿਆ ਸੀ ਕਿ ਮੰਗਿਆ ਵੀ ਕੁਝ ਨਹੀਂ ਤੇ ਛੱਡਿਆ ਵੀ ਕੁਝ ਨਹੀਂ। ਮੰਗਿਆ ਵੀ ਕੁਝ ਨਹੀਂ। ਸਾਡੀ ਹਾਲਤ ਕੀ ਹੈ? ਅਸੀਂ ਗੁਰੂ ਕੋਲ ਆ ਕੇ, ਨਿਰੰਕਾਰ ਦੇ ਕੋਲ ਆ ਕੇ ਕੱਲਾ ਸੰਸਾਰ ਮੰਗ ਲੈਂਦੇ ਹਾਂ, ਕੱਲਾ ਸੰਸਾਰ। ਤੇ ਜਿਸ ਦਿਨ ਨਿਰੰਕਾਰ ਨੂੰ ਮੰਗ ਲਿਆ ਉਸ ਦਿਨ ਸੰਸਾਰ ਪਿੱਛੇ ਨਹੀਂ ਰਹਿ ਜਾਂਦਾ। ਫਿਰ ਜਿੱਥੇ ਗੁਰੂ ਹੈ ਉੱਥੇ ਸਭ ਕੁਝ ਹੈ। ਮੇਰੇ ਪਾਤਸ਼ਾਹ ਨੇ ਤਾਂ ਆਖਿਆ ਇਹ ਵੱਡੇ ਭਾਗ ਬਣਦੇ ਕਿਵੇਂ ਨੇ, ਵੀ ਬਣਾਉਣੇ ਪੈਂਦੇ ਨੇ, ਇਹ ਵੀ ਬਣਾਉਣੇ ਪੈਂਦੇ ਨੇ। ਜੇ ਇਹ ਬੋਲ ਜਿਹੜਾ ਸ਼ਬਦ ਮੈਂ ਸਾਂਝਾ ਕਰ ਰਿਹਾ, ਜੀ ਅਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ, ਤਿੰਨ ਮਹਿ ਭਾਉ ਹੈ ਜਾਮ ਕਾ। ਫਿਰ ਆਖਿਆ ਅਵਰ ਜਤਨ ਨਹੀਂ ਪਾਈਐ, ਵੱਡਾ ਭਾਗ ਹਰ ਧਿਆਈਐ। ਲਾਖ ਹਿਕਮਤੀ ਜਾਨੀਐ, ਆਗੈ ਤਿਲ ਨਹੀਂ ਮਾਨੀਐ। ਅਹੰਗ ਬੁੱਧ ਕਰਮ ਕਮਾਵਨੇ, ਗ੍ਰਹਿ ਅਹੰਗ ਬੁੱਧ ਕਰਮ। ਨਾਮ ਤੋਂ ਬਿਨਾਂ ਜਿਹੜੇ ਕਰਮ ਕਹਿੰਦੇ ਤੂੰ ਹੰਕਾਰ ਵਿੱਚ ਕਰਦਾ ਹੈ ਨਾ, ਹੰਕਾਰ ਵਿੱਚ, ਉਹ ਕਰਮ ਕਿਹੋ ਜਿਹੇ ਹਨ? ਗ੍ਰਹਿ ਬਾਲੂ, ਬਾਲੂ ਕਹਿੰਦੇ ਨੇ ਰੇਤ ਨੂੰ, ਕਿ ਮਾਨੋ ਤੂੰ ਰੇਤ ਦਾ ਘਰ ਬਣਾ ਲਿਆ, ਰੇਤ ਦਾ ਘਰ,
ਤੇ ਰੇਤ ਦਾ ਘਰ ਬਣਾ ਕੇ ਕਹਿੰਦੇ ਤੂੰ ਆਪ ਹੀ ਵਿੱਚ ਪਾਣੀ ਛੱਡਤਾ ਉੱਥੇ। ਹੁਣ ਰੇਤ ਦਾ ਘਰ ਪਾਣੀ ਛੱਡ ਦਿਓ ਤੇ ਡਿੱਗ ਜਾਏਗਾ ਉਸੇ ਵੇਲੇ। ਅਹੰਗ ਬੁੱਧ ਕਰਮ ਕੀ ਹਨ? ਐਗਜ਼ੈਂਪਲ ਦੇ ਰਹੇ ਨੇ, ਅਹੰਗ ਬੁੱਧ ਕਰਮ ਕਮਾਵਨੇ, ਗ੍ਰਹਿ ਬਾਲੂ ਨੀਰ ਬਹਾਵਨੇ। ਅਖੀਰ ਤੇ ਆਖਿਆ ਕਹਿੰਦੇ ਪ੍ਰਭ ਕਿਰਪਾਲ ਕਿਰਪਾ ਕਰੇ। ਜੇ ਜਦੋਂ ਪ੍ਰਭੂ ਕਿਰਪਾਲ ਕਿਰਪਾ ਕਰਦਾ ਹੈ ਨਾ, ਫਿਰ ਜਾ ਕੇ ਨਾਉ ਨਾਨਕ ਸਾਧੂ ਸੰਗ ਮਿਲਿਆ। ਇਹ ਜਿਹੜਾ ਜੀਅਰੇ ਓਲਾ ਹੈ ਨਾ, ਓਲਾ ਆਸਰਾ ਜਿਹਨੇ ਵਿਸ਼ਰਾਮ ਦਿਵਾਉਣਾ ਹੈ, ਮਨ ਨੂੰ ਟਿਕਾਣਾ ਦਿਵਾਉਣਾ ਹੈ, ਇਹ ਫਿਰ ਕਹਿੰਦੇ ਗੁਰੂ ਕੋਲੋਂ ਮਿਲਦਾ ਹੈ। ਇਹ ਨਾਮ ਸਾਧੋ ਰਾਮ ਸ਼ਰਨ ਵਿਸ਼ਰਾਮਾ। ਰਾਮ ਦੀ ਸ਼ਰਨ ਵਿੱਚ ਜਾਣਾ ਹੈ ਨਾ, ਤੇ ਮੈਂ ਸਮਝ ਲਵਾਂ ਕਿ ਗੁਰੂ ਤੋਂ ਬਿਨਾਂ ਚਲਾ ਜਾਵਾਂਗਾ, ਇਹ ਪੋਸੀਬਲ ਨਹੀਂ ਹੈ, ਬਿਲਕੁਲ ਵੀ ਨਹੀਂ। ਅੱਜ ਮੇਰੇ ਪਾਤਸ਼ਾਹ ਨੇ ਜਿਹੜੇ ਬੋਲ ਕਹੇ ਨੇ ਨਾ, ਸਾਧੋ ਸਾਧੋ, ਇਹ ਮਨ ਨੂੰ ਸਾਧਨ ਜਿਹੜੇ ਤੁਸੀਂ ਚੱਲੇ ਹੋ ਨਾ, ਪਾਤਸ਼ਾਹ ਨੇ ਆਖਿਆ ਤੁਹਾਨੂੰ ਕਹਿ ਰਿਹਾ ਮੈਂ ਕਿ ਅਸਲ ਟਿਕਾਓ ਰਾਮ ਸ਼ਰਨ ਵਿੱਚ ਆਏਗਾ, ਉਸ ਤੋਂ ਬਿਨਾਂ ਨਹੀਂ ਆਉਣਾ, ਉਸ ਤੋਂ ਬਿਨਾਂ ਨਹੀਂ ਆਉਣਾ। ਤੇ ਜਦੋਂ ਸ਼ਰਨ ਵਿੱਚ ਆਉਂਦਾ ਹੈ ਨਾ ਜੀਵ, ਸ਼ਰਨ ਵਿੱਚ ਜਦੋਂ ਪਰਮਾਤਮਾ ਦਾ ਆਸਰਾ ਤੱਕ ਲੈਂਦਾ ਹੈ, ਓਲਾ ਤੱਕ ਲੈਂਦਾ ਹੈ, ਟਿਕਾਣਾ ਉਹਨੂੰ ਬਣਾ ਲੈਂਦਾ ਹੈ। ਵੇਖੋ ਇੱਕ ਹੋਰ ਉਦਾਹਰਨ ਮੈਂ ਗੁਰੂ ਗ੍ਰੰਥ ਸਾਹਿਬ ਦੀ ਆਪ ਜੀ ਦੇ ਸਾਹਮਣੇ ਰੱਖਾਂ। ਇੱਕ ਹੋਰ ਉਦਾਹਰਨ ਮੇਰੇ ਸੱਚੇ ਪਾਤਸ਼ਾਹ ਨੇ ਵੇਖੋ ਪਰਮਾਤਮਾ ਨੂੰ ਕੀ ਕਿਹਾ, ਧਿਆਨ ਨਾਲ ਮੇਰੇ ਵੱਲ ਧਿਆਨ ਦਿਆ ਜੇ ਪਲੀਜ਼। ਕਹਿੰਦੇ ਤੂੰ ਮੇਰੋ, ਪਰਮਾਤਮਾ ਨੂੰ ਕਹਿ ਰਹੇ ਨੇ ਗੁਰੂ ਨੂੰ, ਤੂੰ ਮੇਰੋ, ਮੇਰਾ, ਫਿਰ ਸ਼ਬਦ ਹੈ ਮੇਰ, ਤੂੰ ਮੇਰੋ ਮੇਰ ਪਰਬਤ ਸੁਆਮੀ। ਓਲਾ ਹੈ ਕਿ ਆਸਰਾ, ਸ਼ਰਨ ਲੈਣੀ ਕਿਹਦੀ ਏ? ਆਖਿਆ ਤੂੰ ਮੇਰੋ ਮੇਰ, ਤੂੰ ਮੇਰੇ ਵਾਸਤੇ ਸੁਮੇਰ ਪਰਬਤ ਦੇ ਸਮਾਨ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਮੈਂ ਤੇਰੀ ਓਟ ਲਈ, ਮੈਂ ਤੇਰਾ ਆਸਰਾ ਲਿਆ ਹੈ, ਤੇਰੀ ਸ਼ਰਨ ਵਿੱਚ ਆਇਆ ਮੈਂ, ਤੇਰੀ ਸ਼ਰਨ ਵਿੱਚ। ਆ ਕੀ ਆਖਿਆ? ਕਹਿੰਦੇ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ, ਨਾ ਤੂੰ ਡੋਲੇਗਾ, ਕਿਉਂਕਿ ਤੂੰ ਸੁਮੇਰ ਦੀ ਤਰ੍ਹਾਂ ਬੜਾ ਮਜ਼ਬੂਤ ਖੜਾ ਹੋਇਆ ਹੈ। ਹੁਣ ਵੇਖੋ ਧਿਆਨ ਨਾਲ ਸੁਣਿਓ ਇਸ ਗੱਲ ਨੂੰ। ਜਿਨ੍ਹਾਂ ਨੇ ਤੇ ਆਸਰਾ ਲਿਆ ਗੁਰੂਆਂ ਦਾ, ਗੁਰੂ ਸਾਹਿਬਾਨਾਂ ਦਾ, ਬਾਣੀ ਦਾ, ਉਹ ਸਥਿਰ ਖੜੇ ਨੇ। ਤੇ ਜਿਨ੍ਹਾਂ ਨੇ ਝੂਠਿਆਂ ਦਾ ਆਸਰਾ ਲੈ ਲਿਆ, ਕਿਉਂਕਿ ਇਹ ਤੇ ਮੇਰੇ ਆਪਣੇ ਲਈ ਸੁਮੇਰ ਪਰਬਤ ਹੈ, ਨਾ ਡੋਲਦਾ ਏ, ਨਾ ਤੁਮ ਡੋਲੋ ਨਾ ਹਮ ਗਿਰਤੇ। ਤੇ ਜਿਹੜੇ ਰਾਮ ਰੀਮ ਵਰਗਿਆਂ ਦੇ ਮਗਰ ਤੁਰੇ ਫਿਰਦੇ ਸਨ, ਉਹ ਵੀ ਕਹਿੰਦੇ ਸਨ ਵੀ ਸਾਡੇ ਗੁਰੂ ਵਰਗਾ ਕੋਈ ਨਹੀਂ। ਫਰਕ ਕੀ ਹੈ? ਭਲੇ ਉਹ ਜਿਹੜਾ ਆਪ ਡੋਲਦਾ ਏ, ਜਿਹੜਾ ਆਪ ਡਿੱਗਦਾ ਪਿਆ ਏ, ਉਹ ਸਾਨੂੰ ਕਿਵੇਂ ਸੰਭਾਲੇਗਾ? ਜਿਹੜਾ ਆਪ ਡੋਲ ਰਿਹਾ ਹੈ, ਜਿਹਦੇ ਆਪਣੇ ਪੈਰ ਜ਼ਮੀਨ 'ਤੇ ਨਹੀਂ ਟਿਕੇ, ਅਸੀਂ ਉਹਦਾ ਆਸਰਾ ਲੈ ਕੇ ਅਰਸ਼ੀ ਉਡਾਰੀਆਂ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਨਹੀਂ ਹੋ ਸਕਦਾ। ਅਰਸ਼ੀ ਉਡਾਰੀਆਂ ਉਹਦੇ ਤੋਂ ਵੱਜਦੀਆਂ ਨੇ ਜਿਹੜਾ ਆਪ ਅਰਸ਼ਾਂ ਵਿੱਚ ਉੱਡਦਾ ਪਿਆ ਹੋਵੇ, ਉਸ ਤੋਂ ਬਿਨਾਂ ਨਹੀਂ। ਜਿਹੜੇ ਬੋਲ ਨੇ ਨਾ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸਾਧੋ ਰਾਮ ਸ਼ਰਨ ਵਿਸ਼ਰਾਮਾ। ਅਸਲ ਵਿੱਚ ਰਾਮ ਸ਼ਰਨ ਵਿੱਚ ਹੀ ਵਿਸ਼ਰਾਮ ਹੈ, ਰਾਮ ਸ਼ਰਨ ਦੇ ਅੰਦਰ ਹੀ ਟਿਕਾਓ ਹੈ, ਟਿਕਾਣਾ ਹੈ। ਰਾਮ ਸ਼ਰਨ ਤੋਂ ਬਿਨਾਂ ਕੁਝ ਵੀ ਨਹੀਂ ਹੈ। ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਜਿੱਥੇ ਮਰਜ਼ੀ ਭੱਜ ਦੌੜ ਕਰ ਲਈਏ, ਮੁੜ ਕੇ ਇੱਥੇ ਹੀ ਆਉਣਾ ਪਏਗਾ, ਬੰਦਗੀ ਵਾਲੇ ਰਾਹ 'ਤੇ ਹੀ ਚੱਲਣਾ ਪਏਗਾ। ਇੱਕ ਹੋਰ ਵਹਿਮ ਅਸੀਂ ਆਪਣੇ ਅੰਦਰ ਰੱਖਦੇ ਹਾਂ, ਭਾਵੇਂ ਮੈਂ ਹਾਂ, ਭਾਵੇਂ ਆਪਾਂ ਸਾਰੇ ਹਾਂ। ਸਾਡੇ ਅੰਦਰ ਇੱਕ ਵਹਿਮ ਇਹ ਹੁੰਦਾ ਹੈ ਕਿ ਕੋਈ ਗੱਲ ਨਹੀਂ, ਬੜੀ ਉਮਰ ਪਈ ਹੈ, ਅਖੀਰ 'ਤੇ ਜਦੋਂ ਬੁੱਢੇ ਹੋਵਾਂਗੇ ਨਾ, ਫਿਰ ਮਾਲਾ ਫੜ ਕੇ ਬੈਠਾਂਗੇ, ਫਿਰ ਪਰਮਾਤਮਾ ਦੀ ਬੰਦਗੀ ਕਰਾਂਗੇ। ਪਰ ਇਹ ਆਸ ਅਸੀਂ ਕਿਉਂ ਲਾ ਕੇ ਰੱਖਦੇ ਹਾਂ ਵੀ ਬੁੱਢੇ ਹੋਵਾਂਗੇ? ਹੈ ਕਿਸੇ ਨੂੰ ਆਸ? ਮਰਦਾਨੇ ਨੂੰ ਆਖਿਆ ਸੀ ਮੌਤ ਨੂੰ ਕਿੰਨੀ ਦੂਰ ਸਮਝਦਾ ਹੈ, ਸਾਨੂੰ ਸਮਝਾਉਣ ਲਈ ਸੀ। ਕਹਿੰਦਾ ਪਾਤਸ਼ਾਹ ਕੱਲ੍ਹ ਦਾ ਦਿਨ ਚੜ੍ਹਿਆ, ਵਾਹਿਗੁਰੂ ਅੱਜ ਦਾ ਦਿਨ ਚੜ੍ਹਿਆ, ਕੱਲ੍ਹ ਦਾ ਪਤਾ ਨਹੀਂ। ਗੁਰੂ ਸਾਹਿਬ ਕਹਿੰਦੇ ਤੂੰ ਤੇ ਬਹੁਤ ਦੂਰ ਏ। ਅਸੀਂ ਬੁਢੇਪਾ ਸੋਚਦੇ ਪਏ, ਬੁਢੇਪਾ ਆਏਗਾ ਤੇ ਜਪ ਲਵਾਂਗੇ। ਗੁਰੂ ਸਾਹਿਬ ਨੇ ਆਖਿਆ ਤੂੰ ਤੇ ਬਹੁਤ ਦੂਰ ਏ, ਕੱਲ੍ਹ ਦਾ ਦਿਨ ਹੀ ਬਹੁਤ ਦੂਰ ਏ। ਜਿਹੜਾ ਸਾਹ ਤੇਰੇ ਅੰਦਰ ਚਲਾ ਗਿਆ, ਇਹਦੇ ਬਾਹਰ ਆਉਣ ਦੀ ਉਮੀਦ ਵੀ ਨਾ ਕਰ। ਜੇ ਸ਼ਰਨ ਵਿੱਚ ਆਉਣਾ ਹੈ ਤੇ ਅੱਜ, ਇਹ ਨਹੀਂ ਕਿ ਕੱਲ੍ਹ ਪਰਸੋਂ। ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਆਖਿਆ ਜੋ ਕਰਨਾ ਅੱਜ ਕਰ, ਅੱਜ ਹੁਣ।
इस वेले, क्योंकि पल विच परलो हो जाएगी, पता ही नहीं की बन जाना। फिर कदों करेगा? बहुर करेगो कब, कदों करेगा? नहीं होएगा, कदे नहीं। जे आखिया ना राम शरण दे विच विश्राम है, टिकाऊ है, तो फिर राम शरण विच सानू आउणा ही पएगा। ये रहाऊ दा बांधे अज दा गुरु तेग बहादुर साहब जी ने आखिया, साधो ਇਹ ਜਿਹੜੇ ਮਨ ਨੂੰ ਸਾਧਣ ਤੁਸੀਂ ਤੁਰੇ ਹੋ ਨਾ, ਕਹਿੰਦੇ ਸੁਣੋ, ਰਾਮ ਸ਼ਰਨ ਵਿਸ਼ਰਾਮਾ, ਤੁਸੀਂ ਰਾਮ ਦੀ ਸ਼ਰਨ ਵਿੱਚ ਆਓਗੇ ਤੇ ਤੁਹਾਡੇ ਮਨ ਨੂੰ ਵਿਸ਼ਰਾਮ ਮਿਲੇਗਾ, ਟਿਕਾਓ ਮਿਲੇਗਾ। ਨਹੀਂ ਤੇ ਨਹੀਂ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਵੇਦ ਪੁਰਾਣ ਧਰਮ ਦੇ ਗ੍ਰੰਥ ਪੜ੍ਹੇ ਦਾ ਗੁਣ ਤਾਂ ਹੈ, ਸਿਮਰੇ ਹਰ ਕੋ ਨਾਮਾ, ਜੇ ਉਹਨਾਂ ਨੂੰ ਪੜ੍ਹ ਕੇ ਤੂੰ ਪਰਮਾਤਮਾ ਦਾ ਨਾਮ ਸਿਮਰੇਂਗਾ। ਸਾਡੇ ਵਿਦਵਾਨ ਵੀ ਬੜੇ ਨੇ, ਕਿਸੇ ਗ੍ਰੰਥ ਨੂੰ ਪੜ੍ਹਨਾ ਹੈ, ਪਤਾ ਕਿਉਂ? ਉਹਦੇ ਅੰਦਰਲੀਆਂ ਗਲਤੀਆਂ ਲੱਭਣ ਵਾਸਤੇ। ਇਹ ਹਾਲਤ ਬਣ ਚੁੱਕੀ ਹੈ, ਇਹ ਸਾਡੀ ਹਾਲਤ ਹੈ। ਮੈਂ ਆਪਣੀ ਗੱਲ ਕਰ ਰਿਹਾ। ਸਾਡੇ ਪ੍ਰਚਾਰਕ ਜਿਹੜੇ ਹਨ, ਪ੍ਰਚਾਰਕ ਸ਼੍ਰੇਣੀ ਜਿਹੜੀ ਹੈ, ਗੁਰੂ ਸਾਹਿਬ ਕਹਿੰਦੇ ਤੂੰ ਬਗਲਾ ਕਿਉਂ ਬਣਦਾ, ਤੂੰ ਹੰਸ ਬਣ। ਬਾਣੀ ਕਹਿੰਦੀ ਹੈ ਨਾ, ਹੰਸ ਬਣ ਕੇ ਉਹਦੇ ਵਿੱਚੋਂ ਚੁਗ ਚੰਗਾ ਕੀ ਹੈ, ਅਸੀਂ ਉਹਦੇ 'ਚੋਂ ਮਾੜਾ ਚੁਗਣ ਲਈ ਅੱਗੇ ਹੋ ਗਏ। ਪਾਤਸ਼ਾਹ ਨੇ ਆਖਿਆ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ। ਕੀ ਗੁਣ? ਜੇ ਧਰਮ ਦੇ ਗ੍ਰੰਥਾਂ ਨੂੰ ਪੜ੍ਹ ਕੇ ਸਿਮਰੇ ਹਰ ਕੋ ਨਾਮਾ, ਜੇ ਤੂੰ ਉਹਨਾਂ ਨੂੰ ਪੜ੍ਹ ਕੇ ਪਰਮਾਤਮਾ ਦਾ ਸਿਮਰਨ ਕਰਨ ਲੱਗ ਪਿਆ, ਨਹੀਂ ਤੇ ਉਹ ਕਿਸੇ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ। ਅੱਗੇ ਮੇਰੇ ਪਾਤਸ਼ਾਹ ਨੇ ਅਗਲੇ ਬੰਦ ਵਿੱਚ ਕਹਿੰਦੇ ਲੋਭ ਮੋਹ ਮਾਇਆ ਮਮਤਾ ਫੁਨ। ਕੀ ਹੈ ਸਾਡੇ ਅੰਦਰ? ਲੋਭ ਹੈ, ਮੋਹ ਹੈ, ਮਾਇਆ ਹੈ ਤੇ ਮਮਤਾ ਹੈ। ਅੱਗੇ ਪਾਤਸ਼ਾਹ ਨੇ ਆਖਿਆ ਆਓ ਵਿਖਿਆਨ ਕੀ ਸੇਵਾ। ਵਿਖਿਆਨ ਵਿਕਾਰ, ਵਿਸ਼ੇ ਵਿਕਾਰ ਜਿਹੜੇ ਹਨ, ਅਸੀਂ ਇਹਨਾਂ ਵਿਕਾਰਾਂ ਦੇ ਅੰਦਰ ਜਿਨ੍ਹਾਂ ਦਾ ਇੱਥੇ ਜ਼ਿਕਰ ਕੀਤਾ, ਲੋਭ ਮੋਹ ਮਾਇਆ ਮਮਤਾ ਤੇ ਵਿਸ਼ੇ ਵਿਕਾਰ, ਅਸੀਂ ਇਹਨਾਂ ਦੀ ਸੇਵਾ ਵਿੱਚ ਹੀ ਲੱਗ ਗਏ। ਤੇ ਕੀ ਹੋਇਆ? ਕਹਿੰਦੇ ਹਰਖ ਸੋਗ ਪਰਸੈ ਜਿਹ ਨਾਹਿਨ, ਸੋ ਮੂਰਤ ਹੈ ਦੇਵਾ। ਤੇ ਜਿਹੜਾ ਇਨਸਾਨ ਜਾਂ ਜਿਹੜਾ ਜਨ ਜਿਹਦੇ ਅੰਦਰ ਹਰਖ ਤੇ ਸੋਗ ਨਹੀਂ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਇਹ ਸ਼ਬਦ ਵੀ ਆਏਗਾ, ਬੜਾ ਆਨੰਦਮਈ ਸ਼ਬਦ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਬ੍ਰਹਮ ਗਿਆਨ ਜਦੋਂ ਪਰਮਾਤਮਾ ਦੇ ਮੇਲ ਦੀ ਅਵਸਥਾ ਹੈ, ਕਿ ਜਦੋਂ ਦੁੱਖ ਆਉਣ 'ਤੇ ਵੀ ਇਨਸਾਨ ਦੁੱਖ ਨਹੀਂ ਮੰਨਦਾ, ਜਿਹਦੇ ਅੰਦਰ ਲਾਲਸਾ ਨਹੀਂ ਮੈਨੂੰ ਸੁੱਖ ਮਿਲੇ, ਸਨੇਹ, ਜਿਹਦੇ ਅੰਦਰ ਭੈ ਨਹੀਂ, ਡਰ ਨਹੀਂ, ਤੇ ਜਿਹੜਾ ਮਿੱਟੀ ਨੂੰ ਵੀ ਵਾਹਿਗੁਰੂ, ਜਿਹੜਾ ਸੋਨੇ ਨੂੰ ਵੀ ਮਿੱਟੀ ਕਰਕੇ ਮੰਨਦਾ ਪਿਆ। ਇਹ ਬੜੀ ਉੱਚੀ ਅਵਸਥਾ। ਇਹ ਸ਼ਬਦ ਆਏਗਾ ਅੱਗੇ। ਅੱਜ ਉਸੇ ਸ਼ਬਦ ਦਾ ਹੀ ਇੱਕ ਰੂਪ ਗੁਰੂ ਸਾਹਿਬ ਨੇ ਇੱਥੇ ਦਿੱਤਾ ਹੈ ਕਿ ਹਰਖ ਸੋਗ ਪਰਸੈ ਜਿਹ ਨਾਹਨ, ਜਿਹਦੇ ਅੰਦਰ ਹਰਖ ਨਹੀਂ, ਸੋਗ ਨਹੀਂ, ਖੁਸ਼ੀ ਨਹੀਂ, ਗਮੀ ਨਹੀਂ। ਜੇ ਖੁਸ਼ੀ ਆ ਗਈ ਤੇ ਤਾਂ ਵੀ ਕੋਈ ਗੱਲ ਨਹੀਂ, ਗਮੀ ਆ ਗਈ ਤਾਂ ਵੀ ਕੋਈ ਗੱਲ ਨਹੀਂ। ਕਹਿੰਦੇ ਸੋ ਮੂਰਤ ਹੈ ਦੇਵਾ, ਤੇ ਸਮਝ ਲਓ ਉਹ ਫਿਰ ਪਰਮਾਤਮਾ ਦੀ ਮੂਰਤ ਬਣ ਰਿਹਾ ਹੈ, ਉਹ ਪਰਮਾਤਮਾ ਦਾ ਰੂਪ ਬਣ ਰਿਹਾ ਹੈ, ਪਰਮਾਤਮਾ ਨਾਲ ਇੱਕ ਮਿਕ ਹੋ ਰਿਹਾ ਹੈ। ਫਿਰ ਮੇਰੇ ਪਾਤਸ਼ਾਹ ਨੇ ਆਖਿਆ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ। ਸਵਰਗ ਦੀ ਲਾਲਸਾ, ਨਰਕ ਦੀ ਲਾਲਸਾ ਵੀ ਮੈਂ ਸਵਰਗ ਵੱਲ ਜਾਣਾ ਹੈ, ਨਰਕ ਵੱਲ ਨਹੀਂ ਜਾਣਾ। ਅੰਮ੍ਰਿਤ ਬਿਖ, ਮੈਂ ਅੰਮ੍ਰਿਤ ਮੈਨੂੰ ਮਿਲ ਜੇ, ਵਿਸ਼ ਨਾ ਮਿਲੇ ਮੈਨੂੰ, ਜ਼ਹਿਰ ਨਾ ਮਿਲੇ। ਘੁੰਮਦਾ ਹੈ ਇਨਸਾਨ ਇਹਨਾਂ। ਸਾਧੂ ਜਿਹੜਾ ਸ਼ਬਦ ਹੈ ਨਾ, ਸਾਧੂ, ਸਾਧੂ ਸ਼ਬਦ ਕਿਉਂ ਇੱਥੇ ਗੁਰੂ ਸਾਹਿਬ ਨੇ ਵਰਤਿਆ? ਸਾਧੂ ਇਸ ਕਰਕੇ ਕਿ ਭਲਿਆ ਤੇਰੇ ਮਨ ਦੇ ਅੰਦਰ ਨਾ ਮੈਂ ਸਾਧੂ ਹਾਂ ਤੇ ਸਿਰਫ ਸਵਰਗਾਂ ਦੀ ਲਾਲਸਾ, ਮੈਂ ਸਾਧੂ ਹਾਂ ਤੇ ਸਿਰਫ ਅੰਮ੍ਰਿਤ ਦੀ ਲਾਲਸਾ ਹੋਵੇ। ਤੇਰੇ ਅੰਦਰ ਕਿਸੇ ਵੀ ਚੀਜ਼ ਦੀ ਲਾਲਸਾ ਨਹੀਂ ਹੋਣੀ ਚਾਹੀਦੀ, ਕੁਛ ਵੀ ਨਹੀਂ। ਪਾਤਸ਼ਾਹ ਨੇ ਆਖਿਆ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉਂ ਕੰਚਨ ਅਰ ਪੈਸਾ। ਉਸੇ ਤਰ੍ਹਾਂ ਹੀ ਕੰਚਨ, ਸੋਨਾ ਤੇ ਪੈਸਾ, ਇਹਨਾਂ ਨੂੰ ਜਿਹੜਾ ਕੁਝ ਵੀ ਨਹੀਂ ਸਮਝਦਾ। ਉਸਤਤ ਨਿੰਦਾ ਇਹ ਸਮ ਜਾ ਕੇ, ਉਹ ਇਨਸਾਨ ਜਿਹਦੇ ਅੰਦਰ ਉਸਤਤ ਤੇ ਨਿੰਦਾ ਸਮਾਨ ਹੈ। ਜੇ ਕੋਈ ਉਸਤਤ ਕਰ ਰਿਹਾ ਹੈ ਤਾਂ ਵੀ ਭਲਾ, ਤੇ ਜੇ ਕੋਈ ਨਿੰਦਿਆ ਕਰ ਰਿਹਾ ਹੈ ਤਾਂ ਵੀ ਭਲਾ, ਪਰਵਾਹ ਹੀ ਨਹੀਂ ਹੈ। ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਜਿੰਨੀ ਮਰਜ਼ੀ ਨਿੰਦਿਆ ਕਰ ਲਓ, ਪਰਵਾਹ ਹੀ ਨਹੀਂ। ਕਹਿੰਦੇ ਮੈਨੂੰ ਕੀ ਪਰਵਾਹ, ਕਹਿੰਦੇ ਭਗਤ ਸਾਹਿਬਾਨ। ਉਸਤਤ ਨਿੰਦਾ ਇਹ ਸਮ ਜਾ ਕੇ, ਲੋਭ ਮੋਹ ਫੁਨ ਤੈਸਾ। ਉਹਦੇ ਲਈ ਲੋਭ ਵੀ ਉਹੋ ਜਿਹਾ, ਮੋਹ ਫੁਨ ਕੁਝ ਵੀ ਨਹੀਂ। ਭਾਵ ਜੇ ਕੋਈ ਵਡਿਆਈ ਕਰ ਰਿਹਾ ਹੈ
तो ये नहीं खुश हो रहा है, जे कोई निंदिया कर रहा है तो ये नहीं गुस्से विच आ रहा है। फिर मेरे पातशाह ने अगे आख्या, कहते दुख सुख ये बांधे जे नाहे ना ते तुम जानो ज्ञानी, उन्होंने ज्ञानी जान लो जिहड़ा दुखां ते सुखां दे चक्करां विच नहीं पैंदा। पातशाह ने आख्या दुख सुख ये बांधे जेह नाहिन तेह तुम जानो ज्ञानी, नानक मुकत ताहे तुम मानो। यह बिद को जो प्राणी, जिहड़ा प्राणी इहो जिहा है ना, जिहड़ा कर्म करदा है, नानक मुकत ताहे तुम मानो। तो गुरु तेग बहादुर साहब ने आख्या ऐ साधु समझ लो वो इंसान मुक्त मन्निया जाएगा, दूजा नहीं। वो मुक्त मन्निया जाएगा जिहदे अंदर हरख नहीं, सोग नहीं, खुशी नहीं, गमी नहीं, उस्तत निंदिया, जिहड़ा मिट्टी सोना एक समान समझदा है, ये फर्क नहीं कि मिट्टी वखरी है तो सोना वखरा है, ये फर्क नहीं जिहदे अंदर। गुरु साहब ने आख्या इहो जिहा इंसान तो समझ लो भाई वो इंसान अपने जीवन के अंदर मुक्त है, वो सदा दे वास्ते मुक्त हो गया। अज ये जिहड़ा पावन शब्द है गौड़ी राग के अंदर 7वां शब्द है गुरु तेग बहादुर साहब सतगुरां दा। 2 शब्द होर ने इस राग के अंदर, 9 शब्द हैं। किवें किवें मेरे पातशाह रहमतां करते जाणगे, ये विचारते जावांगे। सो सतगुरु रहमत करन। अज इस पावन शब्द की विचार करदिआं, इतिहास की विचार करदिआं बेअंत भुल्लां हो गईयां हन। सतगुरु सच्चे पातशाह ते आप सरबत संगत बख्शनहार हो जी। बेअंत भुल्लां दी खिमा करो गुरफतेह दी सांझ। वाहिगुरु जी का खालसा, वाहिगुरु जी की फतेह।